ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਵੱਧਦੀਆਂ ਹੋਈਆਂ ਗਤੀਵਿਧੀਆਂ ਨੂੰ ਰੋਕਣ ਵਾਸਤੇ ਜਿਹੜਾ ਦਿੱਲੀ ਦਾ ਬਾਦਸ਼ਾਹ ਜਹਾਂਗੀਰ ਹੈ ਉਸ ਵੱਲੋਂ ਪਹਿਲਾਂ ਚੰਦੂ ਨੇ ਚੁਗਲੀ ਲਾਈ, ਬਾਅਦ ਵਿੱਚ ਬਾਦਸ਼ਾਹ ਵੱਲੋਂ ਵਜ਼ੀਰ ਖਾਨ ਨੂੰ ਭੇਜਿਆ ਵੀ ਜਾਓ ਜਾ ਕੇ ਸਤਿਗੁਰਾਂ ਨੂੰ ਦਿੱਲੀ ਵਿਖੇ ਬੁਲਾ ਕੇ ਲਿਆਓ। ਹੁਣ ਇਹ ਵਜ਼ੀਰ ਖਾਨ ਤੇ ਕਿੰਚ ਬੇਗ ਕੁਝ ਹੋਰ ਨਾਲ ਸਰਕਾਰੀ ਕਰਮਚਾਰੀ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਉੱਤੇ ਪੁੱਜਦੇ ਆ। ਸਤਿਗੁਰੂ ਮਹਾਰਾਜ ਜੀ ਨੂੰ ਇਹ ਮੈਸੇਜ ਦਿੰਦੇ ਆ ਕਿ ਪਾਤਸ਼ਾਹ ਜੀ ਤੁਹਾਨੂੰ ਦਿੱਲੀ ਦੇ ਬਾਦਸ਼ਾਹ ਨੇ ਦਿੱਲੀ ਵਿਖੇ ਬੁਲਾਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਤਾ ਗੰਗਾ ਜੀ ਦੇ ਨਾਲ ਇਸ ਬਚਨ ਦੀ ਸਾਂਝ ਪਾਉਂਦੇ ਆ। ਬੜੀ ਚਿੰਤਾ ਵਿੱਚ ਜਾਂਦੇ ਆ ਕਿਉਂਕਿ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਨੂੰ ਬੁਲਾਇਆ, ਫਿਰ ਸ਼ਹੀਦ ਕਰ ਦਿੱਤਾ ਸੀ ਲਾਹੌਰ ਵਿਖੇ। ਮੁਖੀ ਸਿੱਖਾਂ ਦੀ ਸਲਾਹ ਲਈ ਤੇ ਉਹਨਾਂ ਆਖਿਆ ਜੀ ਨਹੀਂ ਜਾਣਾ ਚਾਹੀਦਾ ਹੈ, ਕਿਉਂਕਿ ਇਸੇ ਬਾਦਸ਼ਾਹ ਜਹਾਂਗੀਰ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਲਾਹੌਰ ਵਿਖੇ ਬੁਲਾਇਆ, ਮੁੜ ਕੇ ਬਾਤ ਹੀ ਨਹੀਂ ਪੁੱਛੀ। ਇਹਦਾ ਫਰਜ਼ ਤੇ ਬਣਦਾ ਸੀ, ਇੱਕ ਵਾਰ ਹੀ ਮਿਲਿਆ। ਇਸ ਵਾਸਤੇ ਲਾਹੌਰ ਵਿਖੇ ਜਾਣਾ ਜਿਹੜਾ ਦਿੱਲੀ ਆ ਉੱਥੇ ਜਾਣਾ ਨਹੀਂ ਬਣਦਾ, ਕਿਉਂਕਿ ਪਹਿਲਾਂ ਲਾਹੌਰ ਵਿਖੇ ਗੁਰੂ ਅਰਜਨ ਸਾਹਿਬ ਜੀ ਗਏ ਸਨ ਤੇ ਕੀ ਭਾਣਾ ਵਾਪਰਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੁਖੀ ਸਿੱਖਾਂ ਦੇ ਨਾਲ ਸਲਾਹ ਕਰਦੇ ਆ ਤੇ ਮਾਤਾ ਗੰਗਾ ਜੀ ਨੇ ਜਦੋਂ ਕੁਝ ਸਿੱਖਾਂ ਨੇ ਆਖਿਆ ਵੀ ਮਾਲਵੇ ਜਾਈਏ, ਉੱਥੇ ਬਹੁਤ ਜੰਗਲੀ ਇਲਾਕਾ ਹੈ ਤੇ ਲੜਾਈ ਲੜਾਂਗੇ ਜੇ ਉੱਥੇ ਵੀ ਪਿੱਛਾ ਕਰੇਗਾ, ਪਹਿਲੀ ਗੱਲ ਤੇ ਉੱਥੇ ਨਹੀਂ ਪਹੁੰਚੇਗਾ। ਮਾਤਾ ਜੀ ਨੇ ਆਖਿਆ ਵੀ ਲੜਾਈ ਲੜਨਾ ਠੀਕ ਨਹੀਂ ਆ, ਲੜਾਈ ਵਿੱਚ ਬੜਾ ਨੁਕਸਾਨ ਹੁੰਦਾ ਹੈ, ਨਾਹਕ ਪਤਾ ਨਹੀਂ ਕਿੰਨੀਆਂ ਜਾਨਾਂ ਜਾਣਗੀਆਂ, ਬਹੁਤ ਵੱਡਾ ਨੁਕਸਾਨ ਹੋਵੇਗਾ, ਲੜਾਈ ਵਿੱਚ ਕਦੇ ਕੋਈ ਫਾਇਦਾ ਥੋੜ੍ਹਾ ਹੁੰਦਾ ਹੈ। ਮਾਤਾ ਗੰਗਾ ਜੀ ਨੇ ਸਲਾਹ ਦਿੱਤੀ ਵੀ ਅਸੀਂ ਅੰਮ੍ਰਿਤਸਰ ਸਾਹਿਬ ਜੀ ਨੂੰ ਛੱਡ ਕੇ ਮਾਲਵੇ ਦੇ ਵਿੱਚ ਜਾਂ ਕਿਸੇ ਹੋਰ ਥਾਂ 'ਤੇ ਨਹੀਂ ਜਾਵਾਂਗੇ। ਉਹਨਾਂ ਆਖਿਆ ਤੁਸੀਂ ਸੁਖੀ ਵਸੋ, ਇਹੋ ਜਿਹਾ ਢੰਗ ਤਰੀਕਾ ਲੱਭੀਏ ਸਾਡੀ ਸਰਕਾਰ ਦੇ ਨਾਲ ਵਿਗੜੇ ਵੀ ਨਾ, ਤੇ ਇਹ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਭਜਨ ਬੰਦਗੀ ਸਿਮਰਨ ਆ ਇਸੇ ਤਰ੍ਹਾਂ ਦਿਨੋਂ ਦਿਨ ਵੱਧਦਾ ਜਾਏ। ਇਸ ਤੋਂ ਬਾਅਦ ਕੀ ਸਲਾਹ ਮਸ਼ਵਰਾ ਚੱਲਦਾ ਹੈ, ਇਸ ਗੁਰ ਇਤਿਹਾਸ ਨਾਲ ਜੁੜਦਿਆਂ ਹੋਇਆਂ ਸਾਰੀ ਸੰਗਤ ਮੁਖ ਨੂੰ ਕਰੋ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਮਾਤ ਗੰਗਾ ਕੀ ਬਾਕ ਸੁਨ ਬਿਰਧ ਭਾਈ ਗੁਰਦਾਸ। ਜਦੋਂ ਮਾਤਾ ਗੰਗਾ ਜੀ ਨੇ ਆਖਿਆ ਕਿ ਸਾਨੂੰ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ, ਇਸੇ ਵੱਡਿਆਂ ਦੇ ਵਸਾਏ ਸਥਾਨ ਉੱਤੇ ਰਹਿਣਾ ਚਾਹੀਦਾ ਹੈ ਜਿੱਥੇ ਪਹਿਲੇ ਗੁਰੂ ਸਾਹਿਬਾਨਾਂ ਨੇ ਸਰੋਵਰ ਵੀ ਬਣਵਾਏ, ਬੌਲੀ ਸਾਹਿਬ ਖੂਹ ਵੀ ਲਗਵਾਏ ਆ, ਕਿੰਨੀ ਰੌਣਕ ਬਣੀ ਆ, ਕਿੰਨੇ ਸੁੰਦਰ ਨਗਰ ਵਸਾਏ ਆ, ਇਸ ਥਾਂ 'ਤੇ ਰਹਿਣਾ ਚਾਹੀਦਾ। ਜਦੋਂ ਮਾਤ ਗੰਗਾ ਜੀ ਦੇ ਪਾਸੋਂ ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਸਾਹਿਬ ਜੀ ਸੁਣਦੇ ਹਨ। ਲਖ ਹੈ ਭਵਿਖਿਅਤ ਸਗਲ ਗਤ ਬੋਲੇ ਕਰਤ ਪ੍ਰਕਾਸ਼। ਜਿਹੜਾ ਭਵਿੱਖ ਦੇ ਵਿੱਚ ਆਉਣ ਵਾਲਾ ਸਮਾਂ ਹੈ ਉਸ ਸਮੇਂ ਨੂੰ ਜਾਣਦੇ ਨੇ ਕਿ ਜਿਹੜੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ 6ਵੀਂ ਜੋਤ ਜਿਹੜੀ ਪ੍ਰਗਟ ਹੋਈ ਆ, ਉਹਨਾਂ ਆਖਿਆ ਵੀ ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਰਾ ਕੁਝ ਜਾਣਦੇ ਆ, ਜੋ ਕੁਝ ਵੀ ਭਵਿੱਖ ਦੇ ਵਿੱਚ ਵਾਪਰਨਾ ਹੈ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਇਹਨਾਂ ਮਹਾਨ ਗੁਰਸਿੱਖਾਂ ਨੇ ਬਚਨ ਕੀਤੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਰਾ ਕੁਝ ਹੀ ਜਾਣਦੇ ਹਨ। ਚੌਪਈ
माता जी सुनिए हम कहे। ਫਿਰ ਕਹਿਣ ਲੱਗੇ ਮਾਤਾ ਜੀ ਜੋ ਅਸੀਂ ਬੇਨਤੀ ਕਰ ਰਹੇ ਹਾਂ ਕਿਰਪਾ ਕਰਕੇ ਉਸ ਨੂੰ ਸੁਣਨਾ ਕਰੋ। श्री गुरु हरगोविंद सब गत लहे। ਕਿਉਂਕਿ ਦੋਵੇਂ ਮੁਖੀ ਸਿੱਖ ਆ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬਾਨ ਬ੍ਰਹਮ ਗਿਆਨੀ ਤਤ ਬੇਤੇ ਇੰਨੀ ਉੱਚੀ ਅਵਸਥਾ ਵਾਲੇ ਮਹਾਂਪੁਰਸ਼। ਦੂਸਰੇ ਪਾਸੇ ਭਾਈ ਗੁਰਦਾਸ ਸਾਹਿਬ ਜੀ ਵੀ ਬਹੁਤ ਵੱਡੇ ਲਿਖਾਰੀ ਨੇ, ਪ੍ਰਚਾਰਕ ਨੇ, ਬੜੇ ਵਿਦਵਾਨ। ਤੋ ਇਹ ਦੋਵੇਂ ਹੀ ਬੜੇ ਸਿਆਣੇ ਮਹਾਨ ਗੁਰਸਿੱਖ ਆ। ਇਹਨਾਂ ਨੇ ਬਚਨ ਕੀਤਾ ਮਾਤਾ ਜੀ ਜੋ ਕੁਝ ਵੀ ਵਾਪਰਨਾ ਹੈ ਆਉਣ ਵਾਲੇ ਸਮੇਂ ਵਿੱਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਰਾ ਕੁਝ ਹੀ ਜਾਣਦੇ ਹਨ। ਹੋਣ ਹਰ ਇਨਤੇ ਨਿਸ਼ਾਨੀ। ਜੋ ਕੁਝ ਵੀ ਹੋਣਾ ਹੈ ਨਾ ਹੋਣਹਾਰ ਜੋ ਵੀ ਵਾਪਰੇਗੀ ਉਹ ਇਹਨਾਂ ਤੋਂ ਕਿਤੇ ਦੂਰ ਨਹੀਂ ਗਈ। ਭਾਵ ਇਹਨਾਂ ਦੀ ਰਜ਼ਾ ਵਿੱਚ ਆ। ਜਿਹੜਾ ਆਉਣ ਵਾਲਾ ਸਮਾਂ ਉਸ ਦੀ ਬਾਬਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸਾਰਾ ਕੁਝ ਹੀ ਜਾਣਦੇ ਹਨ। ਜੋ ਕਰਨ ਸਗਰ ਮਨ ਜਾਣੀ। ਜੋ ਕੁਝ ਵੀ ਉਹ ਕਰਨਾ ਚਾਹੁੰਦੇ ਆ। ਦਿੱਲੀ ਦਾ ਬਾਦਸ਼ਾਹ ਚੰਦੂ ਜਾਂ ਉੱਥੇ ਬੈਠੇ ਹੋਏ ਕਰਮਚਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਸਾਰੀ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਪ੍ਰਥਮ ਸਫਤ ਹਿਤ ਚੰਦੂ ਮਾਰਨ। ਪਹਿਲੀ ਗੱਲ ਤਾਂ ਇਹ ਆ ਵੀ ਇਹਨਾਂ ਨੇ ਸਪੱਥ ਕੀਤੀ ਆ। ਇਹਨਾਂ ਨੇ ਇੱਕ ਪ੍ਰਣ ਕੀਤਾ ਹੈ ਜਿਹੜਾ ਚੰਦੂ ਹੈ ਇਹ ਮਾਰਿਆ ਜਾਵੇਗਾ। ਬੈਠਣ ਸਭਨ ਮਹਿ ਕੀਨ ਉਚਾਰਨ। ਤੇ ਸਾਰਿਆਂ ਵਿੱਚ ਬੈਠ ਕੇ ਜਦੋਂ ਗੁਰੂ ਦਰਬਾਰ ਲੱਗਿਆ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤੇ ਆ ਇਹ ਮਾਰਿਆ ਜਾਏਗਾ ਕਿਉਂਕਿ ਇਸ ਨੇ ਬੜੇ ਪਾਪ ਕੀਤੇ ਆ। ਕਹਿਣ ਲੱਗੇ ਮਾਤਾ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਹਨ। ਤੁਤੀਐ ਸ੍ਰੀ ਗੁਰੂ ਅਰਜਨ ਬਿਰਤਾਂਤ। ਤੇ ਦੂਸਰੀ ਗੱਲ ਇਹ ਆ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕੁਝ ਵੀ ਉਹਨਾਂ ਦੇ ਨਾਲ ਵਾਪਰਿਆ ਉਹ ਵੀ ਸਾਰਾ ਬਿਰਤਾਂਤ ਸਿੱਖਾਂ ਦੇ ਵਿੱਚ ਬਿਆਨ ਕੀਤਾ ਗਿਆ ਹੈ। ਹੋਵਨ ਲਗਿਓ ਅਭੇ ਬਖਿਆਤ। ਬਸ ਹੁਣੇ ਉਸ ਬਾਰੇ ਵਿਖਿਆਨ ਹੋਣ ਲੱਗਿਆ। ਪਹਿਲਾਂ ਤੇ ਸਾਰੇ ਚੁੱਪ ਸਨ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਗਤੀ ਤੇ ਸ਼ਕਤੀ ਦੇ ਮਾਲਕ ਬਣੇ ਆ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਬਾਰੇ ਸਾਰੇ ਬਚਨ ਬਿਲਾਸ ਚੱਲ ਰਹੇ ਹਨ। ਪਲਟ ਲੈਬੈ ਕੋ ਅਬ ਸਮੋ। ਉਸ ਪਾਪੀ ਨੂੰ ਸੋਧਾ ਲਾਉਣ ਦਾ ਜਿਹੜਾ ਸਮਾਂ ਹੈ ਉਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦੁਆਰਾ ਇਹ ਸਮਾਂ ਹੁਣ ਬਣੇਗਾ ਜੋ ਉਸਨੇ ਪਾਪ ਕਰਮ ਕੀਤਾ ਹੈ। ਦਿੱਲੀ ਚੱਲ ਇਹ ਮਤ ਹਮ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੀ ਵੀ ਵਿਚਾਰ ਇਹੀ ਆ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਕਿਉਂਕਿ ਜਿਹੜਾ ਗੁਰੂ ਤੇ ਗੁਰੂ ਦਾ ਸਿੱਖ ਆ ਉਹਦੀ ਵਿਚਾਰਧਾਰਾ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਅੰਦਰੋਂ ਮਤ ਇੱਕ ਹੈ ਤੇ ਸ਼੍ਰੇਸ਼ਟ ਮਤ ਆ। ਉਹਨਾਂ ਨੇ ਵੀ ਆਖਿਆ ਸੀ ਮਾਤਾ ਜੀ ਇਹ ਸਾਰਾ ਕੁਝ ਹੀ ਜਾਣਦੇ ਆ ਤੇ ਇਹ ਆਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਲੀ ਵਿਖੇ ਜਾਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਹੁਣ ਦਿੱਲੀ ਵਿਖੇ ਜੋ ਇਸ ਵੇਲੇ ਸਮਾਂ ਬਣਿਆ ਸਤਿਗੁਰੂ ਮਹਾਰਾਜ ਜੀ ਨੂੰ ਜਾਣਾ ਬਣਦਾ ਹੈ। ਬਿਨਾ ਚੱਲੇ ਨਹਿ ਮਾਰਨ ਹੋਏ। ਜੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਜਾਂਦੇ ਨਹੀਂ ਤੇ ਜਿਹੜਾ ਚੰਦੂ ਪਾਪੀ ਆ ਜਿਸ ਨੇ ਪਾਪ ਕਰਮ ਕੀਤੇ ਆ ਉਹ ਫਿਰ ਮਰੇਗਾ ਕਿਵੇਂ? ਉਹਨੂੰ ਸਜ਼ਾ ਕਿਵੇਂ ਮਿਲੇਗੀ? ਪੂਰਨ ਕਰਹਿ ਸਪਤ ਕਰ ਜੋਏ। ਜੋ ਸਤਿਗੁਰੂ ਮਹਾਰਾਜ ਜੀ ਦਾ ਕੀਤਾ ਹੋਇਆ ਪ੍ਰਣ ਹੈ ਪੂਰਾ ਹੋਵੇਗਾ
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਵਿਖੇ ਜਾਣਗੇ। ਸ਼੍ਰੀ ਅੰਮ੍ਰਿਤਸਰ ਬਸੋ ਸੁਖਾਰੇ। ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਇਹ ਸਥਾਨ ਆ, ਇੱਥੇ ਬਾਕੀ ਸਾਰੀਆਂ ਸੰਗਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਵੀ ਹੁਕਮ ਹੈ ਕਿ ਬਾਕੀ ਸਾਰੀ ਸੰਗਤ ਸੁਖ ਦੇ ਨਾਲ ਇੱਥੇ ਵਸਣਾ ਕਰੋ। ਜਹਾਂਗੀਰ ਨਹਿ ਕਰਹਿ ਬਿਗਾਰੇ। ਜਹਾਂਗੀਰ ਇੱਥੇ ਬਾਕੀ ਸਿੱਖਾਂ ਦੇ ਨਾਲ ਕੋਈ ਵਿਗਾੜ ਨਹੀਂ ਕਰੇਗਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਨੂੰ ਚਲੇ ਜਾਣਗੇ ਤੇ ਇਹ ਜਿਹੜਾ ਬਾਦਸ਼ਾਹ ਹੈ ਬਾਕੀ ਸਿੱਖਾਂ ਦੇ ਨਾਲ ਕਿਸੇ ਗੱਲ ਤੋਂ ਕੋਈ ਝਗੜਾ ਬਖੇੜਾ ਨਹੀਂ ਕਰੇਗਾ। ਆਗੇ ਸ਼ਾਹਜਹਾਂ ਜਬ ਹੋਏ। ਫਿਰ ਕਹਿਣ ਲੱਗੇ ਸਮਾਂ ਆਵੇਗਾ ਇਹਦੇ ਤੋਂ ਬਾਅਦ ਜਦੋਂ ਸ਼ਾਹਜਹਾਨ ਜਦੋਂ ਉਹ ਦਿੱਲੀ ਦਾ ਬਾਦਸ਼ਾਹ ਬਣ ਜਾਏਗਾ, ਜਦੋਂ ਉਹਦਾ ਸਮਾਂ ਆ ਜਾਵੇਗਾ। ਜਿਮ ਗੁਰ ਕਰਹਿ ਭਰਤ ਹੈ ਸੋਏ। ਇਹ ਤਾਂ ਸਤਿਗੁਰੂ ਜੀ ਆਪ ਜਾਣਦੇ ਆ। ਜਿਵੇਂ ਉਹ ਸਤਿਗੁਰਾਂ ਦੇ ਨਾਲ ਵਰਤਾਏਗਾ ਫਿਰ ਗੁਰੂ ਸਾਹਿਬ ਜੀ ਉਹਨੂੰ ਉਸੇ ਤਰ੍ਹਾਂ ਦਾ ਹੀ ਜਵਾਬ ਦੇਣਗੇ, ਕਿਉਂਕਿ ਜਿਹੋ ਜਿਹਾ ਕੋਈ ਭਾਵਨਾ ਰੱਖ ਕੇ ਆਉਂਦਾ ਹੈ ਉਹੋ ਜਿਹਾ ਫਲ ਉਹਨੂੰ ਗੁਰੂ ਘਰ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਤੋ ਇਸ ਕਰਕੇ ਬਚਨ ਕੀਤੇ ਕਿ ਜਿਹੋ ਜਿਹਾ ਉਹ ਵਰਤਾਏਗਾ ਅੱਗੋਂ ਸਤਿਗੁਰੂ ਜੀ ਵੀ ਉਸੇ ਤਰ੍ਹਾਂ ਦਾ ਉਹਦੇ ਨਾਲ ਇਹ ਵਰਤਣਗੇ। ਅਬ ਚੰਦੂ ਕੋ ਗਰਦ ਮਿਲਾਵੋ। ਤੋ ਹੁਣ ਇਹ ਜਿਹੜਾ ਚੰਦੂ ਹੈ ਇਹਨੂੰ ਮਿੱਟੀ ਵਿੱਚ ਮਿਲਾ ਦੇਣਾ ਚਾਹੀਦਾ ਹੈ। ਇਹਨੂੰ ਕੀਤੇ ਹੋਏ ਪਾਪ ਦੀ ਸਜ਼ਾ ਦੇਣੀ ਚਾਹੀਦੀ ਹੈ। ਸੋ ਜਸ ਵਿਸਾਲ ਜਗਤ ਮਹਿ ਪਾਵੋ। ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਸ੍ਰੇਸ਼ਟ ਜਸ ਆ ਇਸ ਜਗਤ ਵਿੱਚ ਹੋਵੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਜੈ ਜੈਕਾਰ ਹੋਵੇਗੀ। ਇੱਕ ਵਜ਼ੀਰ ਖਾਂ ਨਿਤ ਟਿਗ ਸ਼ਾਹੋ। ਕਹਿਣ ਲੱਗੇ ਇੱਕ ਵਜ਼ੀਰ ਖਾਂ ਜਿਹੜਾ ਬਾਦਸ਼ਾਹ ਜਹਾਂਗੀਰ ਦੇ ਨੇੜੇ ਰਹਿੰਦਾ ਹੈ। ਸਤਿਗੁਰ ਕੋ ਸੇਵਕ ਸੁਖ ਚਾਹੋ। ਉਹ ਤਾਂ ਸਦਾ ਹੀ ਸਤਿਗੁਰਾਂ ਦੇ ਨੇੜੇ ਰਹਿੰਦਾ ਹੈ ਤੇ ਗੁਰੂ ਸਾਹਿਬ ਜੀ ਦਾ ਸੇਵਕ ਵੀ ਆ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਸੁਖ ਚਾਹੁੰਦਾ ਹੈ। ਜੇ ਇੱਕ ਚੰਦੂ ਪਾਪੀ ਉੱਥੇ ਰਹਿੰਦਾ ਹੈ ਤੇ ਦੂਸਰੇ ਪਾਸੇ ਇੱਕ ਵਜ਼ੀਰ ਖਾਂ ਜਿਹੜਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ਰਧਾਲੂ ਹੈ। ਤਿਸਨੇ ਸਰਬ ਬਾਤ ਸਮਝਾਏ। ਤੇ ਉਸ ਵਜ਼ੀਰ ਖਾਂ ਨੇ ਅਜੇ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹੀ ਆ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਵਾਪਸ ਨਹੀਂ ਗਿਆ। ਇਸ ਵਜ਼ੀਰ ਖਾਂ ਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਹਜ਼ੂਰ, ਕਿਉਂਕਿ ਗੁਰੂ ਕੇ ਸਿੱਖ ਵੀ ਮੌਜੂਦ ਸਨ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਤੋ ਇਸ ਵਜ਼ੀਰ ਖਾਂ ਨੇ ਵੀ ਇਹ ਸਾਰੀ ਗੱਲ ਇਸੇ ਤਰ੍ਹਾਂ ਗੁਰੂ ਘਰ ਵਿਖੇ ਸਮਝਾਈ ਹੈ। ਚੱਲ ਹੈ ਗੁਰੂ ਚੰਦੂ ਲੇਕਾਈ। ਉਹਨਾਂ ਆਖਿਆ ਕਿ ਸੱਚੇ ਪਾਤਸ਼ਾਹ ਜੇ ਤੁਸੀਂ ਸਾਡੀ ਬੇਨਤੀ ਮੰਨ ਕੇ ਦਿੱਲੀ ਵਿਖੇ ਚਲੇ ਜਾਓਗੇ ਨਾ, ਬਾਦਸ਼ਾਹ ਨੂੰ ਮਿਲੋਗੇ ਤੇ ਬਾਦਸ਼ਾਹ ਨੂੰ ਪਤਾ ਲੱਗ ਜਾਏਗਾ ਕਿ ਬਹੁਤੀਆਂ ਚੁਗਲੀਆਂ ਮਾਰਨ ਵਾਲਾ ਇਹ ਚੰਦੂ ਹੈ। ਬੇਸ਼ੱਕ ਕਸੂਰਵਾਰ ਬਾਦਸ਼ਾਹ ਵੀ ਆ, ਜਹਾਂਗੀਰ ਵੀ ਆ, ਸਾਰੇ ਵਿਦਵਾਨ ਇਹ ਗੱਲ ਮੰਨਦੇ ਆ। ਤੋ ਕਵੀ ਸਾਹਿਬ ਜੀ ਇਸ ਪ੍ਰਸੰਗ ਵਿੱਚ ਇੱਥੇ ਲਿਖਦੇ ਆ, ਵਜ਼ੀਰ ਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇ ਤੁਸੀਂ ਚਾਹੁੰਦੇ ਹੋ ਉਹਦਾ ਕੀਤਾ ਹੋਇਆ ਪਾਪ ਸਾਹਮਣੇ ਆਵੇਗਾ, ਫਿਰ ਚੰਦੂ ਜਿਹੜਾ ਮਾਰਿਆ ਜਾਵੇਗਾ। ਜਹਾਂਗੀਰ ਚਾਹੇ ਫਰਜ਼ ਉਤਾਰਾ। ਜਹਾਂਗੀਰ ਆਪਣਾ ਫਰਜ਼ ਦੀ ਪਾਲਣਾ ਕਰ ਲਵੇਗਾ। ਉਹਨੂੰ ਪਤਾ ਲੱਗ ਜਾਏਗਾ ਕਿ ਇਸ ਚੰਦੂ ਦਾ ਵੀ ਕਿੰਨਾ ਵੱਡਾ ਦੋਸ਼ ਹੈ। ਲੇਹਾ ਪਲਟਾ ਜਿਸਨੇ ਘੁਰ ਮਾਰਾ। ਜਿਸਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਤਸੀਹੇ ਦਿੱਤੇ, ਵੱਖ ਵੱਖ ਭਿਆਨਕ ਸਜ਼ਾਵਾਂ ਦਿੱਤੀਆਂ, ਉਸ ਬੰਦੇ ਨੂੰ ਫਿਰ ਮਾਰਨਾ ਹੀ ਬਣਦਾ। ਕੀਤੇ ਹੋਏ ਪਾਪ ਦੀ ਸਜ਼ਾ
ਦੇਣੀ ਹੀ ਬਣਦੀ ਹੈ। ਇਹ ਤਾਂ ਹੀ ਹੋਵੇਗੀ ਜੇ ਆਪ ਜੀ ਦਿੱਲੀ ਵਿਖੇ ਜਾਂਦੇ ਹੋ। ਨਹਿ ਆਚੇ ਕੁਛ ਕਰਨ ਬਖੀਰਾ। ਕਹਿਣ ਲੱਗੇ ਜੇ ਆਪਾਂ ਇਸ ਗੱਲ ਤੋਂ ਬਿਨਾਂ ਹੀ ਸਿੱਧਾ ਬਾਦਸ਼ਾਹ ਦੇ ਨਾਲ ਝਗੜਾ ਕਰਦੇ ਹਾਂ, ਬਿਗੜ ਪਰ ਹੈ ਜੰਗ ਬਡੀਰਾ। ਬਾਦਸ਼ਾਹ ਦੇ ਨਾਲ ਵੱਡਾ ਵਿਗਾੜ ਪੈ ਜਾਏਗਾ ਤੇ ਉਹਦੇ ਨਾਲ ਵੱਡੀ ਜੰਗ ਹੋਵੇਗੀ, ਛੋਟੀ ਜੀ ਜੰਗ ਨਹੀਂ, ਕਿਉਂਕਿ ਬੜੀ ਵੱਡੀ ਤਾਕਤ ਆ। ਇਸ ਕਰਕੇ ਦਿੱਲੀ ਵਿਖੇ ਤੁਹਾਡਾ ਜਾਣਾ ਬਣਦਾ ਇਹ ਜ਼ਿਆਦਾ ਵਧੀਆ ਰਹੇਗਾ। ਕੌਣ ਕਾਜ ਹਿਤ ਕਰੋ ਬਿਖਾਦਾ। ਤੇ ਬਿਖਾਦ ਕਾਦੇ ਵਾਸਤੇ ਕਰਨਾ, ਝਗੜਾ ਕਾਦੇ ਵਾਸਤੇ ਕਰਨਾ, ਲੜਾਈ ਕਾਦੇ ਵਾਸਤੇ ਪਾਉਣੀ ਆ। ਜਿਵੇਂ ਸਿਆਣੇ ਬੰਦੇ ਕਿਸੇ ਵੀ ਥਾਂ ਤੇ ਜਾਣ ਹਮੇਸ਼ਾ ਹੀ ਸਮਝਾਉਂਦੇ ਨੇ ਵੀ ਲੜਾਈ ਦਾ ਕੋਈ ਫਾਇਦਾ ਨਹੀਂ। ਮਹਾਰਾਜ ਜੀ ਇਹ ਝਗੜਾ ਜਿਹੜਾ ਇਹ ਨਹੀਂ ਕਰਨਾ ਚਾਹੀਦਾ ਹੈ। ਆਸਾ ਕੀਜੇ ਜਿਮ ਹੋਏ ਅਹਲਾਦਾ। ਮਹਾਰਾਜ ਇਹ ਸਾਡੀ ਬੇਨਤੀ ਹੈ ਤੇ ਆਪ ਜੀ ਕਿਰਪਾ ਕਰਕੇ ਇਸੇ ਨੂੰ ਹੀ ਪ੍ਰਵਾਨ ਕਰੋ। ਸ੍ਰੀ ਗੁਰੂ ਅਰਜਨ ਸਭ ਅੰਤਰ ਜਾਮੇ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਆਪ ਦਿਲਾਂ ਦੀਆਂ ਜਾਣਨ ਵਾਲੇ ਸਨ। ਚਾਹੇ ਸੋ ਕਰੇ ਜਗਤ ਕੇ ਸੁਆਮੀ। ਉਹ ਤਾਂ ਜੋ ਵੀ ਚਾਹੁੰਦੇ ਸਭ ਕੁਝ ਹੀ ਕਰ ਸਕਦੇ ਸਨ। ਜਗਤ ਦੇ ਸੁਆਮੀ ਇਸ ਸੰਸਾਰ ਦੇ ਗੁਰੂ ਸਾਹਿਬ ਜੀ ਮਾਲਕ ਹਨ। ਸਮ ਜਾਨ ਤਨ ਤਜਬੇ ਆਵਾ। ਉਹਨਾਂ ਨੇ ਆਪ ਹੀ ਇਹ ਦੇਖ ਲਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਜਿਹੜਾ ਤਾਣਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਤਿਆਗਿਆ। ਸਮੇਂ ਦੇ ਹਾਲਾਤ ਨੂੰ ਮੁੱਖ ਰੱਖਦਿਆਂ ਵਾਹਿਗੁਰੂ ਦੇ ਭਾਣੇ ਉਹਦੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਸ ਤਨ ਨੂੰ ਤਿਆਗ ਦਿੱਤਾ ਹੈ। ਸਾਚ ਕਰਨ ਹਿਤ ਬਚ ਤਿਸ ਕੇਰਾ। ਤੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਸੱਚ ਹੈ ਇਹ ਤਾਂ ਹੀ ਸਾਹਮਣੇ ਆਵੇਗਾ। ਤੁਹਾਡੇ ਚਰਨਾਂ ਵਿੱਚ ਇਹ ਸਾਡੀ ਬੇਨਤੀ ਹੈ ਜਾਂ ਬਚਨ ਹੈ। ਦੇ ਚੰਦੂ ਸਿਰ ਦੋਸ਼ ਬਡੀਰਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੀ ਆਪਣਾ ਸਰੀਰ ਮਾਨੋ ਚੰਦੂ ਦੇ ਸਿਰ ਮੜ ਦਿੱਤਾ। ਇਹ ਸਾਰਾ ਦੋਸ਼ ਜਿਹੜਾ ਹੈ ਉਹਨੂੰ ਲੱਗਿਆ ਹੈ। ਗਏ ਬੈਕੁੰਠ ਮੁਕੰਦ ਛੁ ਛੰਦੇ। ਸਤਿਗੁਰੂ ਮਹਾਰਾਜ ਜੀ ਬੈਕੁੰਠ ਵਿੱਚ ਚਲੇ ਗਏ, ਜਿਹੜੇ ਸੰਸਾਰ ਦੇ ਜੀਵਾਂ ਨੂੰ ਵੀ ਮੁਕਤੀ ਦੇਣ ਵਾਲੇ ਹਨ। ਨਾਹੀ ਪਰਤੰਤਰ ਰੂਪ ਆਨੰਦੇ। ਗੁਰੂ ਸਾਹਿਬ ਜੀ ਮਹਾਰਾਜ ਕਿਸੇ ਦੇ ਅਧੀਨ ਰਹਿਣ ਵਾਲੇ ਨਹੀਂ। ਇਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਘਰ ਆ, ਇਹਦਾ ਰੂਪ ਬੜਾ ਸੁੰਦਰ ਹੈ ਤੇ ਆਨੰਦਮਈ ਹੈ। ਪੰਚ ਸਤਿਗੁਰ ਕੇ ਅਬ ਰੂਪ। ਮਹਾਰਾਜ ਜਿਹੜਾ ਤੁਹਾਡਾ ਸਰੂਪ ਆ ਗੁਰੂ ਸਾਹਿਬ ਜੀ ਬਹੁਤ ਹੀ ਸੁੰਦਰ ਹੈ। ਸ੍ਰੀ ਗੁਰ ਹਰਗੋਬਿੰਦ ਜੋਤ ਅਨੂਪ। ਤੁਸੀਂ ਉਹਨਾਂ ਹੀ ਪੰਜਾਂ ਸਤਿਗੁਰਾਂ ਦੇ ਮਹਾਰਾਜ ਛੇਵੀਂ ਜੋਤ ਤੇ ਜਿਹਦੀ ਉਪਮਾ ਅਨੂਪ ਹੈ, ਜਿਹੜੀ ਜੋਤ ਬੜੀ ਬੇਮਿਸਾਲ ਹੈ। ਜਿਮ ਚਾਹੇ ਇਹ ਕਰਹਿ ਗੁਸਾਈ। ਪਾਤਸ਼ਾਹ ਜੀ ਤੁਸੀਂ ਗੁਸਾਈ ਜੇ, ਤੁਸੀਂ ਇਸ ਵੇਲੇ ਧਰਤੀ ਦੇ ਮਾਲਕ ਜੇ, ਜੋ ਤੁਸੀਂ ਚਾਹੋ ਸੋ ਹੀ ਕਰ ਸਕਦੇ ਹੋ। ਸਭ ਪਰ ਬਲੀ ਚਿੰਤ ਨਹਿ ਕਾਈ। ਤੇ ਬਚਨ ਕੀਤੇ ਆ ਕਿ ਜੋ ਵੀ ਚਾਹਣ ਸੋ ਹੀ ਕਰ ਸਕਦੇ ਆ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜਿਹੜੇ ਮੋਹਰੀ ਗੁਰੂ ਕੇ ਸਿੱਖ ਆ, ਔਰ ਉਹਨਾਂ ਨੇ ਬਚਨ ਕੀਤੇ ਆ ਕਿ ਵੇਖੋ ਜੀ ਇਹਨਾਂ ਦੇ ਬਰਾਬਰ ਦਾ ਕੋਈ ਨਹੀਂ, ਬਹੁਤ ਵੱਡੇ ਬਲ ਵਾਲੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਤੇ ਇਹਨਾਂ ਦੇ ਹੁੰਦਿਆਂ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕਰਨ ਦੀ ਲੋੜ।
ਇਹਨਾਂ ਦਾ ਬਲ ਸਾਰਿਆਂ ਦੇ ਨਾਲੋਂ ਵੱਡਾ ਹੈ। ਮਹਾ ਪ੍ਰਤਾਪਵੰਤ ਰਣ ਧੀਰ, ਇਹ ਰਣ ਵਿੱਚ ਬਹੁਤ ਵੱਡੇ ਬਹਾਦਰ ਧੀਰਾਂ ਦੇ ਧੀਰ, ਬੜੀ ਵੱਡੀ ਧੀਰਜ ਰੱਖਣ ਵਾਲੇ ਸਤਿਗੁਰੂ ਮਹਾਰਾਜ ਨੇ। ਇਹਨਾਂ ਦਾ ਜਿਹੜਾ ਪ੍ਰਤਾਪ ਆ ਬਹੁਤ ਵੱਡਾ ਪ੍ਰਤਾਪ ਹੈ, ਬਾਦਸ਼ਾਹ ਦੇ ਨਾਲੋਂ ਵੀ ਕਿਤੇ ਵੱਡਾ ਪ੍ਰਤਾਪ ਹੈ। ਇਨਕੀ ਸਮ ਨਹੀਂ ਅਪਰ ਸਰੀਰ, ਕਹਿਣ ਲੱਗੇ ਦੇਖੋ ਮਾਤਾ ਜੀ, ਹੋਰ ਵੀ ਗੁਰੂ ਕੇ ਸਿੱਖ ਮੌਜੂਦ ਆ ਸਭਾ ਦੇ ਵਿੱਚ, ਸੰਗਤ ਵਿੱਚ। ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਵੀ ਬਚਨ ਕਰਦੇ ਆ ਕਿ ਵੇਖੋ ਮਾਤਾ ਜੀ, ਇਹਨਾਂ ਦੇ ਬਰਾਬਰ ਤੇ ਇਸ ਵੇਲੇ ਸੰਸਾਰ ਦੇ ਵਿੱਚ ਕੋਈ ਵੀ ਨਹੀਂ ਆ। ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ 6ਵੇਂ ਮਾਲਕ ਹਨ। ਇਸ ਪ੍ਰਕਾਰ ਜਬ ਬਿਰਧ ਨੇ ਕਹਿਓ, ਬਾਬਾ ਬੁੱਢਾ ਸਾਹਿਬ ਜੀ ਨੇ ਇਸ ਪ੍ਰਕਾਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਉਹਨਾਂ ਦੀ ਵਡਿਆਈ ਦੇ ਸੱਚੇ ਬਚਨ ਪ੍ਰਗਟ ਕੀਤੇ ਹਨ। ਸ਼੍ਰੀ ਮਾਤ ਗੰਗਾ ਨੀਕੋ ਮਨ ਲਾਹਿਓ, ਮਾਤਾ ਗੰਗਾ ਜੀ ਨੂੰ ਇਹ ਬਚਨ ਬੜੇ ਚੰਗੇ ਲੱਗੇ। ਇੱਕ ਤੇ ਮਾਂ ਹੈ, ਦੂਸਰਾ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਬ੍ਰਹਮ ਗਿਆਨੀ ਆ, ਜਿਨ੍ਹਾਂ ਦਾ ਕੀਤਾ ਹੋਇਆ ਬਚਨ ਵੀ ਸੰਪੂਰਨ ਹੈ, ਉਹਦੇ ਵਿੱਚ ਕੋਈ ਵੀ ਕਿਸੇ ਗੱਲ ਦੀ ਕਚਿਆਈ ਨਹੀਂ। ਮਾਤ ਗੰਗਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਇਹ ਬਚਨ ਸੁਣੇ, ਬਹੁਤ ਹੀ ਚੰਗੇ ਜਾਣੇ ਹਨ। ਸਤਿਗੁਰ ਮੰਦ ਮੰਦ ਮੁਸਕਾਏ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਇਹ ਸਾਰੀ ਗੱਲ ਨੂੰ ਜਾਣਨ ਵਾਲੇ ਸਤਿਗੁਰੂ ਆ, ਕਿਉਂਕਿ ਸਤਿਗੁਰਾਂ ਦਾ ਗਿਆਨ ਬੜਾ ਵੱਡਾ ਹੈ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪ ਕਿਤੇ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੀਏ ਸੁਖ ਹੋਏ। ਭੂਤ ਜਿਹੜਾ ਸਮਾਂ ਬੀਤ ਗਿਆ ਔਰ ਇਸੇ ਤਰ੍ਹਾਂ ਵਰਤਮਾਨ ਤੇ ਆਉਣ ਵਾਲਾ ਸਮਾਂ ਕੀ ਹੋਵੇਗਾ, ਸਤਿਗੁਰੂ ਜੀ ਨੂੰ ਸਾਰਾ ਕੁਝ ਹੀ ਪਤਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਸੁਣਦੇ ਨੇ ਮਾਤਾ ਜੀ ਦੇ, ਗੁਰੂ ਕੇ ਸਿੱਖਾਂ ਦੇ। ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸੁਣੇ। ਕਵੀ ਸਾਹਿਬ ਜੀ ਲਿਖਦੇ ਆ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਥੋੜ੍ਹਾ ਥੋੜ੍ਹਾ ਮੁਸਕਰਾਉਂਦੇ ਆ। ਵੇਖੋ ਕਿਸੇ ਨੂੰ ਥਾਣੇ 'ਚੋਂ ਸੁਨੇਹਾ ਆ ਜਾਏ, ਬੰਦੇ ਨੂੰ ਚਿੰਤਾ ਬਣ ਜਾਂਦੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਦੇ ਬਾਦਸ਼ਾਹ ਦਾ ਸੁਨੇਹਾ ਆਉਂਦਾ ਹੈ, ਰਤਾ ਵੀ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ। ਬਾਬਾ ਬੁੱਢਾ ਸਾਹਿਬ ਜੀ ਦੱਸ ਰਹੇ ਨੇ ਵੀ ਇਹਨਾਂ ਨੂੰ ਤਾਂ ਸਾਰਾ ਕੁਝ ਹੀ ਪਤਾ ਹੈ। ਇਹ ਤੇ ਬਾਦਸ਼ਾਹਾਂ ਦੇ ਵੀ ਬਾਦਸ਼ਾਹ ਨੇ, ਰਾਜ਼ਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਥੋੜ੍ਹਾ ਥੋੜ੍ਹਾ ਮੁਸਕਰਾਉਂਦੇ ਹਨ। ਕਹਿਆ ਕਿ ਚਾਹੇ ਚ ਦੁਸ਼ਟ ਮਰਵਾਏ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਬਾਬਾ ਬੁੱਢਾ ਸਾਹਿਬ ਉਹ ਜਿਹੜਾ ਦੁਸ਼ਟ ਹੈ, ਹੁਣ ਉਸ ਦੁਸ਼ਟ ਨੂੰ ਮਰਵਾਇਆ ਹੀ ਜਾਵੇਗਾ। ਹੁਣ ਉਹਦਾ ਸਮਾਂ ਸਮਝੋ ਕਿ ਬਸ ਆਉਣ ਹੀ ਵਾਲਾ ਹੈ। ਬਿਰਧ ਨੇ ਕਹਿਓ ਨਾ ਫੇਰੇ ਕੋਈ, ਬਾਬਾ ਬੁੱਢਾ ਸਾਹਿਬ ਜੀ ਇਹ ਬਚਨ ਹੁਣ ਤੁਸਾਂ ਹੀ ਕਰ ਦਿੱਤਾ ਹੈ, ਤੇ ਤੁਹਾਡਾ ਬਚਨ ਕੌਣ ਫੇਰ ਸਕਦਾ ਹੈ? ਤੁਹਾਡੇ ਬਚਨਾਂ ਵਿੱਚ ਬੜੀ ਵੱਡੀ ਤਾਕਤ ਹੈ। ਤੁਹਾਡੀ ਸੇਵਾ, ਤੁਹਾਡਾ ਸਿਮਰਨ ਬਹੁਤ ਵੱਡਾ ਹੈ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਹੁਣ ਜਦੋਂ ਤੁਸਾਂ ਹੀ ਬਚਨ ਕਰ ਦਿੱਤੇ ਆ, ਤੁਹਾਡਾ ਬਚਨ ਫੇਰਿਆ ਕਿਵੇਂ ਜਾਏ? ਹੁਣ ਸੱਚਮੁੱਚ ਇਹ ਚੰਦੂ ਮਾਰਿਆ ਜਾਵੇਗਾ। ਜਿਮ ਬਚ ਕਹਿ ਤੁਮ ਹੀ ਸੱਚ ਹੋਏ, ਜੋ ਬਚਨ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਕੀਤੇ ਆ, ਇਹ ਬਚਨ ਉਸੇ ਤਰ੍ਹਾਂ ਬਿਲਕੁਲ ਸੱਚ ਹੋਣਗੇ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਇਹਨੂੰ ਆਪਣੇ ਕੀਤੇ ਹੋਏ ਦਾ ਫਲ ਪਾਉਣਾ ਪਵੇਗਾ। ਬਾਬਾ ਜੀ ਜਿਹੜੇ ਤੁਹਾਡੇ ਕੀਤੇ ਹੋਏ ਬਚਨ ਆ,
ਉਹ ਬਚਨ ਬਿਲਕੁਲ ਸੰਪੂਰਨ ਹਨ ਤੇ ਇਸੇ ਤਰ੍ਹਾਂ ਪੂਰੇ ਹੋਵਣਗੇ। ਹੋਣਹਾਰ ਸੋ ਕਰਹਿ ਉਚਾਰੇ। ਜਿਹੜੀ ਹੋਣਹਾਰ, ਜਿਹੜੀ ਹੋਣੀ ਵਾਪਰਨ ਵਾਲੀ ਹੈ, ਸਤਿਗੁਰੂ ਮਹਾਰਾਜ ਜੀ ਨੇ ਉਹਦਾ ਉਚਾਰਨ ਕਰ ਦਿੱਤਾ। ਅਸੀਂ ਸੰਸਾਰਿਕ ਜੀਵ ਹਾਂ, ਸਾਨੂੰ ਕੋਈ ਪਤਾ ਨਹੀਂ ਲੱਗਦਾ ਵੀ ਘੜੀ ਨੂੰ ਕੀ ਵਾਪਰਨਾ ਹੈ, ਰਾਤ ਨੂੰ ਕੀ ਵਾਪਰਨਾ ਹੈ, ਕਦ ਨੂੰ ਕੀ ਵਾਪਰਨਾ ਹੈ। ਅਜੇ ਸਮਾਂ ਆਉਣਾ ਹੈ ਤੇ ਅੰਤਰਜਾਮੀ ਪੁਰਖ ਵਿਦਾਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਿਲਾਂ ਦੀਆਂ ਜਾਣਨ ਵਾਲੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਹ ਸਾਰਾ ਕੁਝ ਸੰਗਤ ਨੂੰ ਬਿਆਨ ਕਰ ਦਿੱਤਾ ਹੈ। ਜੋ ਉਚਰੈ ਸੋ ਹੋਵਨ ਹਾਰੇ। ਮਹਾਰਾਜ ਤੇ ਇੰਨੀ ਤਾਕਤ ਵਾਲੇ ਆ, ਆਪਣੇ ਮੁਖ ਤੋਂ ਜਿਹੜਾ ਵੀ ਵਚਨ ਕਰਦੇ ਆ ਉਹ ਮਾਨੋ ਕਿ ਹੋਣੀ ਬਣ ਜਾਂਦੀ ਆ। ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਜਿਹੜਾ ਉਹ ਸੰਪੂਰਨ ਹੋ ਜਾਂਦਾ ਹੈ। ਪਾਹਨ ਰੇਖ ਮਿਟੇ ਨਹਿ ਜੈਸੇ। ਜਿਵੇਂ ਪੱਥਰ ਦੇ ਉੱਤੇ ਲਕੀਰ ਮਾਰੀ ਜਾਏ ਤੇ ਉਹ ਜਿਹੜੀ ਆ ਫਿਰ ਛੇਤੀ ਮਿਟਦੀ ਨਹੀਂ ਹੈ। ਰਾਜਾ ਰਾਧਾ ਨਿਕਸਨਾ ਪਰਵਿਸਹਿ ਕੈਸੇ। ਫਿਰ ਕਹਿਣ ਲੱਗੇ ਵੀ ਜਿਵੇਂ ਇਹ ਮਨੁੱਖ ਜਿਹੜਾ ਹੈ, ਹਾਥੀ ਦੇ ਦੰਦ ਬਾਹਰ ਨਿਕਲ ਜਾਣ ਇੱਕ ਵਾਰੀ ਤੇ ਉਹ ਅੰਦਰ ਨਹੀਂ ਉਹਦੇ ਪ੍ਰਵੇਸ਼ ਹੁੰਦੇ। ਜਿਹੜਾ ਹਾਥੀ ਆ ਉਹਦੇ ਨਿਕਲੇ ਹੋਏ ਦੰਦ ਬਾਹਰ ਦਿਖਾਈ ਦਿੰਦੇ ਨੇ, ਪਰ ਜੇ ਉਹ ਚਾਹੇ ਤੇ ਫਿਰ ਉਹ ਛੇਤੀ ਕੀਤਿਆਂ ਉਹਦੇ ਜਿਹੜਾ ਮੁੱਖ ਆ ਜਾਂ ਮੂੰਹ ਆ ਉਹਦੇ ਅੰਦਰ ਪ੍ਰਵੇਸ਼ ਨਹੀਂ ਕਰਦੇ ਹਨ। ਸੁਣ ਗੁਰ ਤੇ ਗੁਰਦਾਸ ਬਖਾਨੇ। ਤੇ ਸਤਿਗੁਰੂ ਮਹਾਰਾਜ ਜੀ ਦੇ ਪਾਸੋਂ ਇਹ ਬਚਨ ਸੁਣਦੇ ਨੇ ਤੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਬਹੁਤ ਵੱਡੇ ਮਹਾਨ ਵਿਦਵਾਨ ਮਹਾਂਪੁਰਸ਼ ਮਹਾਂਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੀ ਰਹਿਣ ਵਾਲੇ ਮਹਾਨ ਸੇਵਾ ਕਰਨ ਵਾਲੇ, ਉਹਨਾਂ ਨੇ ਵੀ ਕੋਈ ਬਚਨ ਕੀਤਾ ਹੈ। ਖਾਸਟ ਗੁਰਨ ਟਿਕ ਇਹ ਅਗਵਾਨੀ। ਕਹਿਣ ਲੱਗੇ ਵੀ ਇਸ ਸਲਾਹ ਦੇ ਨਾਲ ਇੱਕ ਤਾਂ ਘਰ ਸੁਖੀ ਵਸੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਹੇ ਖਾਸਟ ਗੁਰੂ, ਹੇ ਛੇਵੇਂ ਪਾਤਸ਼ਾਹ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਇਹਦੇ ਨਾਲ ਇਹ ਘਰ ਜਿਹੜਾ ਹੈ ਬਹੁਤ ਸੁਖੀ ਵਸੇਗਾ। ਸਭ ਮਾਤਿਨ ਸਮ ਕਿਸ ਕੀ ਕਹੀਐ। ਸੱਚੇ ਪਾਤਸ਼ਾਹ ਇਹਨਾਂ ਦੇ ਬਰਾਬਰ ਜਿਹੜੀ ਸ਼ੁਭ ਮਤ, ਜਿਹਨੂੰ ਆਪਾਂ ਸੁਮਤ ਕਹਿੰਦੇ ਆ, ਮਹਾਰਾਜ ਜੀ ਸਾਨੂੰ ਸੁਮਤ ਬਖਸ਼ਿਸ਼ ਕਰਨੀ, ਚੰਗੀ ਮਤ ਬਖਸ਼ਿਸ਼ ਕਰਨੀ। ਕਹਿਣ ਲੱਗੇ ਭਾਈ ਗੁਰਦਾਸ ਸਾਹਿਬ, ਹੇ ਸਤਿਗੁਰੂ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ ਵੀ ਕਿੰਨੇ ਮਹਾਨ ਨੇ ਤੇ ਪਾਤਸ਼ਾਹ ਜੀ ਤੁਹਾਡੀ ਤੇ ਵਡਿਆਈ ਬੇਅੰਤ ਆ। ਇਹਨਾਂ ਦੇ ਬਰਾਬਰ ਵੀ ਆਪਾਂ ਹੋਰ ਕਿਸ ਨੂੰ ਕਹਿ ਸਕਦੇ ਹਾਂ। ਬਿਲਕੁਲ ਸ਼ੁਭ ਮਤ ਇਹਨਾਂ ਨੇ ਬਿਆਨ ਕੀਤੀ ਹੈ। ਨਿਪੁੰਨ ਜਿਤ ਰਹਿੰਦੀ ਮਨ ਬਸ ਲਹੀਐ। ਸਤਿਗੁਰੂ ਪਾਤਸ਼ਾਹ ਮਹਾਰਾਜ ਹਰ ਕੰਮ ਦੇ ਵਿੱਚ ਨਿਪੁੰਨਤਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਘਰ ਹਰ ਮੈਦਾਨ ਫਤਿਹ ਕਰਨ ਵਾਲਾ ਹੈ ਤੇ ਜਿੱਧਰ ਵੀ ਚੱਲ ਜਾਂਦਾ ਹੈ ਇਹ ਹਰ ਮੈਦਾਨ ਫਤਿਹ ਕਰਦਾ ਹੈ। ਤੇ ਜਿਹੜਾ ਮਾਨਿਆ ਜੀਵਾਂ ਦੇ ਵਸ ਵਿੱਚ ਨਾ ਆਉਣ ਵਾਲਾ, ਇਸ ਮਨ ਨੂੰ ਵਸ ਵਿੱਚ ਕਰ ਲੈਂਦਾ ਹੈ। ਬਿਨ ਕੀ ਮਸਲਤ ਸਭ ਸੁਖਦਾਈ। ਇਹ ਪਾਤਸ਼ਾਹ ਜਿਹੜੀ ਇਹਨਾਂ ਦੀ ਮਤ ਆ ਨਾ, ਜੋ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਆ, ਇਹ ਸਾਰਿਆਂ ਨੂੰ ਸੁੱਖ ਦੇਣ ਵਾਲੇ ਆ। ਬੜੀ ਨੇਕ ਤੇ ਚੰਗੀ ਸਲਾਹ ਬਾਬਾ ਜੀ ਨੇ ਦਿੱਤੀ ਹੈ। ਦਿੱਲੀ ਚੱਲਣ ਮੋਹਿ ਮਨ ਭਾਈ। ਭਾਈ ਗੁਰਦਾਸ ਸਾਹਿਬ ਜੀ ਪ੍ਰੋੜਤਾ ਕਰਦੇ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ ਨੇ ਵੀ ਇਸੇ ਗੱਲ ਵਾਸਤੇ ਸਹਿਮਤੀ ਦਿੱਤੀ ਆ। ਵਜ਼ੀਰ ਖਾਨ ਨੇ ਵੀ ਇਹ ਗੱਲ ਆਖੀ ਆ। ਇਸ ਵਾਸਤੇ ਮੇਰੀ ਵੀ ਇਹ ਬੇਨਤੀ ਆ, ਆਪ ਜੀ ਦੇ ਦਿੱਲੀ ਜਾਣ ਵਾਲੀ ਜਿਹੜੀ ਗੱਲ ਆ ਉਹ ਮਹਾਰਾਜ ਮੈਨੂੰ ਵੀ ਚੰਗੀ ਲੱਗਦੀ ਹੈ। ਇਸ ਮਤ ਤੇ ਸੁਖ ਬਾਸ ਵਸ। ਇਸ ਸਲਾਹ ਦੇ ਨਾਲ ਅਸੀਂ ਸਾਰੇ ਸੁਖੀ ਵਸਾਂਗੇ। ਇਹ ਜਿਹੜਾ ਘਰ ਆ
ਇਹ ਸੁਖੀ ਵਸੇਗਾ। ਤੁਤੀਐ ਚੰਦੂ ਦੁਸ਼ਟ ਬਿਨਾਸਾ। ਤੇ ਦੂਸਰਾ ਜਿਹੜਾ ਚੰਦੂ ਹੈ ਉਹਦਾ ਵਿਨਾਸ਼ ਹੋ ਜਾਏਗਾ, ਉਹਦਾ ਖਾਤਮਾ ਹੋ ਜਾਵੇਗਾ। ਤ੍ਰਿਤੀਯ ਸਪਤ ਕਰਹਿਗੇ ਪੂਰੀ। ਇਹ ਜਿਹੜੀ ਸਪੱਥ ਹੈ, ਜਿਹੜੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖ ਵਿੱਚੋਂ ਵਿਚਾਰ ਕੀਤੀ ਹੈ, ਉਹਨਾਂ ਨੇ ਪ੍ਰਣ ਕੀਤਾ ਹੈ। ਗੁਰੂ ਸਾਹਿਬ ਜੀ ਦਾ ਇਹ ਜਿਹੜਾ ਬਚਨ ਆ ਉਹ ਵੀ ਸੰਪੂਰਨ ਹੋ ਜਾਵੇਗਾ। ਮਿਲਣ ਬਾਦਸ਼ਾਹ ਸੁਹਵੇ ਬੇਦਰੂਰੀ। ਬਾਦਸ਼ਾਹ ਨੂੰ